प्यारे साथियों, जय भीम, जय भारत, नमो बुद्धा। कुछ दिन पहला मैं तथागत गौतम बुद्ध उत्ते उन्हां दीआं सिखियावां दे उत्ते और उन्हां दे जीवन दे प्रचलन उत्ते कुछ गल्लां अपने लोकां नाल साझीआं कीतीआं सी। ਉਹਦਾ ਕੀ ਪ੍ਰਤੀਕਰਮ ਹੋਇਆ, ਉਹਦਾ ਥੋੜਾ ਹਿੱਸਾ ਮੈਂ ਅੱਜ ਸੁਣਿਆ। ਔਰ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਸ ਵਿਚਾਰਧਾਰਾ ਨੂੰ, ਜਿਹੜੀ ਧੰਮ ਦੀ ਵਿਚਾਰਧਾਰਾ ਹੈ, ਉਹਨੂੰ ਹੋਰ ਵਿਸਥਾਰ ਨਾਲ ਆਪਣੇ ਲੋਕਾਂ ਤੱਕ ਲੈ ਕੇ ਜਾ ਸਕੀਏ। ਮੈਂ ਇੱਥੇ ਦੋ ਚਾਰ ਗੱਲਾਂ, ਕਿਉਂਕਿ ਮੇਰਾ ਮਕਸਦ ਰਹੇਗਾ ਕਿ ਮੈਂ ਤਥਾਗਤ ਗੌਤਮ ਬੁੱਧ ਦੇ ਵਿਚਾਰਾਂ ਨੂੰ, ਉਹਨਾਂ ਦੀਆਂ ਸਿੱਖਿਆਵਾਂ ਨੂੰ, ਉਹਨਾਂ ਦੇ ਜੀਵਨ ਪ੍ਰਤੀ ਰੁਝਾਨ ਨੂੰ ਔਰ ਜ਼ਿੰਦਗੀ ਦੀਆਂ ਉਹ ਸੱਚਾਈਆਂ ਜਿਹੜੀਆਂ ਪੂਰਾ ਜੀਵਨ ਸਾਡੇ ਨਾਲ ਰਹਿੰਦੀਆਂ ਔਰ ਵਰਤਦੀਆਂ, ਉਹਨਾਂ 'ਤੇ ਅਸੀਂ ਚਰਚਾ ਕਰਦੇ ਰਹਾਂਗੇ। ਕਿਉਂਕਿ ਇਹ ਧੰਮ ਦਾ ਵਿਸ਼ਾ ਹੈ, ਇਸ ਕਰਕੇ ਇਹਦੇ 'ਚ ਸਾਡੇ ਕੋਲੇ ਰਾਜਨੀਤਿਕ ਜਿਹੜਾ ਪਹਿਲੂ ਹੈ ਉਹਨੂੰ ਅਸੀਂ ਨਹੀਂ ਛੇੜਾਂਗੇ। ਅਗਰ ਜ਼ਰੂਰਤ ਪਈ ਤਾਂ ਅਲੱਗ ਅਲੱਗ ਜਿਹੜਾ ਉਹਦਾ ਗਰੁੱਪ ਬਣਾ ਕੇ ਉਹਦੇ 'ਚ ਅਸੀਂ ਇਹਨੂੰ ਸ਼ੁਰੂ ਕਰਾਂਗੇ। ਇੱਕ ਵਾਰੀ ਗੌਤਮ ਬੁੱਧ ਬੈਠੇ ਆ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਹੈ ਔਰ ਸਾਹਮਣੇ ਭੋਜਨ ਚੱਲ ਰਿਹਾ। ਕੁਛ ਲੋਕ ਜਿਹੜੇ ਆ ਉਹ ਭੋਜਨ ਕਰ ਰਹੇ ਆ। ਕੁਛ ਲੋਕ ਆਪਣੇ ਥਾਲੀ 'ਚ ਜਾਂ ਆਪਣੇ ਜਿਹੜਾ ਵੀ ਬਰਤਨ ਹੈ ਉਹਦੇ 'ਚ ਖਾ ਰਹੇ ਆ। ਕੁਛ ਲੋਕ ਉਸ ਬਰਤਨ ਦੇ ਵਿੱਚੋਂ ਇਕੱਠੇ ਖਾ ਰਹੇ ਆ। ਕੁਛ ਲੋਕ ਉਹਦੇ 'ਚੋਂ ਆਪਣਾ ਧਿਆਨ ਘੱਟ ਰੱਖ ਕੇ ਦੂਸਰੇ ਸਾਥੀਆਂ ਵੱਲ ਜ਼ਿਆਦਾ ਧਿਆਨ ਦੇ ਰਹੇ ਆ। ਔਰ ਕੁਛ ਲੋਕ ਆ ਜਿਹੜੇ ਉਹ ਇੱਕ ਦੂਜੇ ਨਾਲ ਬੈਠੇ ਸਾਂਝਾ ਖਾ ਰਹੇ ਆ। ਤਾਂ ਉਸ ਵੇਲੇ ਇੱਕ ਸਵਾਲ ਸਾਹਮਣੇ ਆਇਆ ਕਿ ਭੋਜਨ ਦਾ ਕਿਹੜਾ ਤਰੀਕਾ ਸਭ ਤੋਂ ਵਧੀਆ ਤਰੀਕਾ ਹੈ, ਜਾਂ ਕਿਹੜਾ ਕਿਸ ਕਿਸਮ ਦਾ ਭੋਜਨ ਕਰਨਾ ਚਾਹੀਦਾ ਹੈ, ਜਾਂ ਭੋਜਨ ਦਾ ਕੋਈ ਇਸ ਤੋਂ ਇਲਾਵਾ ਵੀ ਕੋਈ ਅਰਥ ਹੈ ਕਿ ਆਦਮੀ ਆਪਣਾ ਪੇਟ ਭਰੇ, ਇਸ ਤੋਂ ਬਿਨਾਂ ਵੀ ਕੋਈ ਇਹਦਾ ਅਰਥ ਹੈ।
तद तथागत गौतम बुद्ध शांत होके बोले कि जो सामने लोग बैठे साडे भोजन कर रहे आ, ਇਹਦੇ ਵਿੱਚ ਅਲੱਗ-ਅਲੱਗ ਕਿਸਮ ਦੇ ਲੋਕ ਹੈ ਸਾਰੇ। ਕੋਈ ਸਿਰਫ ਆਪਣੀ ਥਾਲੀ 'ਚ ਖਾ ਰਿਹਾ ਹੈ, ਕੋਈ ਦੂਸਰੇ ਥਾਲੀ 'ਚ ਥੋੜਾ ਥੋੜਾ ਖਾ ਰਿਹਾ ਹੈ, ਕੁਛ ਆਪਣੀ ਥਾਲੀ 'ਚ ਖਾ ਰਿਹਾ ਹੈ। ਕੁਛ ਐਸੇ ਵੀ ਹੈ ਜਿਹੜੇ ਦੂਜੇ ਨੂੰ ਜ਼ਿਆਦਾ ਖਵਾ ਰਹੇ ਆ, ਆਪ ਉਹਨਾਂ ਧਿਆਨ ਨਹੀਂ ਦੇ ਰਹੇ ਆਪਣੇ ਲਈ। ਤੇ ਕੁਛ ਲੋਕ ਐਸੇ ਆ ਜਿਹੜੇ ਰਲ ਮਿਲ ਕੇ ਖਾ ਰਹੇ ਆ ਇੱਕ ਦੂਜੇ ਨਾਲ ਉਹੀ ਵਸਤੂ ਜਿਹੜੀ ਦੋਨਾਂ ਕੋਲ ਆ, ਉਹਨੂੰ ਇਕੱਲੇ ਨਹੀਂ ਖਾ ਰਹੇ, ਉਹਨੂੰ ਸਾਂਝੀ ਕਰਕੇ ਖਾ ਰਹੇ। ਤਾਂ ਇਹਦੇ ਚੋਂ ਜਿਹੜੀ ਮਹੱਤਵਪੂਰਨ ਗੱਲ ਆ ਉਹ ਕਿਹੜੀ ਹੈ? ਜਦ ਇਸ ਪ੍ਰਸ਼ਨ ਦਾ ਹੱਲ ਕਰਦਿਆਂ ਤਥਾਗਤ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਜਿਹੜਾ ਆਦਮੀ ਇਕੱਲਾ ਖਾ ਰਿਹਾ ਹੈ, ਆਪਣੇ ਬਰਤਨ ਚੋਂ ਆਪਣੀ ਥਾਲੀ ਚੋਂ ਇਕੱਲਾ ਖਾ ਰਿਹਾ, ਥਾਲ ਚੋਂ ਇਕੱਲਾ ਖਾ ਰਿਹਾ ਹੈ, ਭੋਜਨ ਉਹ ਵੀ ਕਰ ਰਿਹਾ, ਉਹੀ ਭੋਜਨ ਕਰ ਰਿਹਾ, ਪਰ ਮੈਂ ਸਮਝਦਾ ਕਿ ਉਹ ਸਧਾਰਨ ਭੋਜਨ ਕਰ ਰਿਹਾ। ਉਹਦੇ ਭੋਜਨ ਦੇ ਵਿੱਚ ਖੁਸ਼ੀ ਹੈ ਜਿਹੜੀ, ਉਹ ਸਿਰਫ ਉਹਦੀ ਆਪਣੀ ਹੈ। ਉਹ ਜ਼ਿਆਦਾ ਖਾ ਰਿਹਾ, ਥੋੜਾ ਖਾ ਰਿਹਾ, ਸਬਰ ਨਾਲ ਖਾ ਰਿਹਾ ਜਾਂ ਬੇਸਬਰਾ ਹੋ ਕੇ ਖਾ ਰਿਹਾ, ਇਹ ਉਹਦੀ ਆਪਣੀ ਖੁਸ਼ੀ ਨਾਲ ਜੁੜਿਆ ਹੋਇਆ। ਔਰ ਉਸ ਤੋਂ ਅੱਗੇ ਜਿਹੜੇ ਆਦਮੀ ਭੋਜਨ ਕਰ ਰਹੇ ਆ, ਇੱਕ ਆਦਮੀ, ਕੁਛ ਆਦਮੀ ਸਾਹਮਣੇ ਉਹਨਾਂ ਇਸ ਤਰ੍ਹਾਂ ਦੇ ਵੀ ਨਜ਼ਰ ਆ ਰਹੇ ਆ ਕਿ ਆਪ ਭੋਜਨ ਚੰਗੀ ਤਰ੍ਹਾਂ ਨਹੀਂ ਕਰ ਰਹੇ, ਪਰ ਦੂਸਰੇ ਦੇ ਭੋਜਨ ਦਾ ਧਿਆਨ ਜ਼ਿਆਦਾ ਰੱਖ ਰਹੇ ਆ, ਜ਼ਿਆਦਾ ਕੋਸ਼ਿਸ਼ ਕਰ ਰਿਹਾ ਕਿ ਉਸ ਆਦਮੀ ਨੂੰ ਪੂਰਾ ਧਿਆਨ ਦਿੱਤਾ ਜਾਵੇ ਤਾਂ ਕਿ ਉਹਨੂੰ ਖੁਸ਼ੀ ਹੋਵੇ। ਔਰ ਤੀਸਰੀ ਕਿਸਮ ਦੇ ਆਦਮੀ ਅਸੀਂ ਦੇਖ ਰਹੇ ਹਾਂ ਕਿ ਜਿਨ੍ਹਾਂ ਦੇ ਕੋਲੇ ਉਹੀ ਭੋਜਨ ਹੈ ਔਰ ਉਹਨਾਂ ਨੇ ਇੱਕ ਥਾਲੀ 'ਚ ਪਾ ਕੇ ਰੱਖਿਆ ਹੋਇਆ ਜਾਂ ਇੱਕ ਬਰਤਨ 'ਚ ਪਾ ਕੇ ਰੱਖਿਆ ਹੋਇਆ, ਉਹਦੇ 'ਚੋਂ ਸਾਰੇ ਖਾ ਰਹੇ ਆ। ਔਰ ਇੱਕ ਹੋਰ ਕਿਸਮ ਦੇ ਲੋਕ ਨਜ਼ਰ ਆ ਰਹੇ ਆ ਕਿ ਆਪ ਵੀ ਖਾ ਰਹੇ ਆ ਔਰ ਦੂਸਰੇ ਨੂੰ ਵੀ ਸਹਿਯੋਗ ਕਰ ਰਹੇ ਆ। ਤਾਂ ਤਥਾਗਤ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਸਭ ਤੋਂ ਵਧੀਆ ਭੋਜਨ ਜਿਹੜਾ ਕੀਤਾ ਜਾ ਰਿਹਾ ਹੈ ਉਹ ਉਹਨਾਂ ਲੋਕਾਂ ਦਾ ਹੈ ਜਿਹੜੇ ਖੁਦ ਵੀ ਖਾ ਰਹੇ ਆ ਔਰ ਦੂਸਰੇ ਦੇ ਖਾਣ ਦਾ ਵੀ ਪੂਰਾ ਧਿਆਨ ਰੱਖ ਰਹੇ ਆ। ਤਾਂ ਪਹਿਲੀ ਵਾਰ ਕਹਿਣ ਤੇ ਸਾਰੇ ਲੋਕਾਂ ਨੂੰ ਸਮਝ ਨਹੀਂ ਲੱਗੀ ਕਿ ਇਹਦੇ 'ਚ ਅੰਤਰ ਕੀ ਹੈ। ਕੁਛ ਇਕੱਠੇ ਵੀ ਖਾ ਰਹੇ ਆ, ਕੁਛ ਇਕੱਲੇ ਖਾ ਰਹੇ ਆ, ਕੁਝ ਜ਼ਿਆਦਾ ਦੂਜੇ ਨੂੰ ਖਵਾ ਰਹੇ ਆ, ਔਰ ਕੁਛ ਲੋਕ ਆ ਜਿਹੜੇ ਉਹ ਇੱਕ ਦੂਜੇ ਨੂੰ ਖਵਾ ਕੇ ਖੁਸ਼ ਹੋ ਰਹੇ ਆ। ਤਾਂ ਤਥਾਗਤ ਨੇ ਕਿਹਾ ਕਿ ਇੱਕ ਮਨੁੱਖ ਜਦੋਂ ਭੋਜਨ ਕਰਦਾ ਹੈ, ਇਕੱਲਾ ਭੋਜਨ ਕਰਦਾ ਹੈ, ਤਾਂ ਉਹਦਾ ਭੋਜਨ ਦਾ ਆਨੰਦ ਇਕੱਲੇ ਦਾ ਹੈ। ਫਿਰ ਉਹ ਲੋਕ ਜਿਹੜੇ ਆਪਦੇ ਭੋਜਨ ਦਾ ਧਿਆਨ ਨਹੀਂ ਰੱਖ ਰਹੇ,
दूसरे दा भोजन का ख्याल ज्यादा रख रहे आ, ज्यादा ध्यान उहदे वल दे रहे आ, तो ये पहले नालों थोड़ा चंगा है। क्योंकि जिहड़ा सामने खाण वाला मनुख आ उहनूं लग रहा कि ਉਹਦਾ ख्याल रखा जा रहा। तीसरी किस्म के भोजन का अर्थ है कि सारे एक ताई बैठ के खा रहे हैं, उन्होंने विचकार कोई खाण पीण का भिन्न भेद नहीं है। उन्होंने इस गल की खुशी है कि वो इकट्ठे बैठ के खा रहे हैं। पर जिहड़े चौथी किस्म के लोग है वो खुद भी खा रहे हैं और दूसरिਆਂ ਨੂੰ भी नाल खुआ रहे हैं। चाहे वो सज्जे पासे वाला खब्बिਆਂ ਨੂੰ खुआ रहा है ਜਾਂ खब्बे पासे बैठे सज्जिਆਂ ਨੂੰ खुआया जा रहा है, वो सारे दे सारे एक दूजे ਨੂੰ इस तरह खुआ रहे हैं जिवें ਉਹਦਾ ਸਾਰੇ ख्याल रख रहे हो। तथागत ने कहा कि मेरे हिसाब नाल सब तो ज्यादा खुशी देने वाला भोजन है जिहड़ा वो चौथी किस्म का भोजन है, जिहदे च आदमी अपनियां खुशियां का भी ख्याल रख रहा और दूसरे दियां खुशियां का ख्याल भी रख रहा है। वो भोजन साझा भी कर रहा है सारे लोग एक दूजे दे वास्ते भोजन तैयार करके उन्होंने दे रहे हैं। कोई किसी को पानी फड़ा रहा है, कोई किसी को फुलका दे रहा है, कोई किसी को दाल सब्जी दे रहा है, कोई किसी को होर चीज़ जड़ी कोई चटनी अचार आ वो दे रहा है। हर आदमी एक दूजे को पुछ के भोजन कर रहा है और खुद भी जिन्नी जरूरत है वो नाल दी नाल खा रहा है और दूसरा आदमी भी उहदे वास्ते वही ख्याल रख रहा है। तो तथागत ने कहा कि चौथी किस्म का भोजन है जिहड़ा ये ज़्यादा खुशी देने वाला और ज़्यादा महत्वपूर्ण है। ये आदमी सारे समूह बना रहे, एक संघ पैदा कर रहे, इन्हां दे अंदर एक संघ बनाउण दी समर्था है। संघ शरणम गच्छामि कि एक संघ की तरह ये लोग इकट्ठे है और उहदे च सारिਆਂ कोल बराबर दे अधिकार है। इहदे बावजूद भी वो आदमी एक दूजे का ख्याल रख रहे हैं। वही दाल है, वही सब्जी है, वही रोटी पानी है, वही चटनी है, वही जो कुछ नाल बनया मीट मास बनया कुछ भी बनया है वो एक दूजे का पूरा ख्याल रख रहे हैं और ये दसन की कोशिश कर रहे हैं हर आदमी कि वो सब का ख्याल रख रहा, दूसरा आदमी उहदा ख्याल रख रहा। तो एक दूजे का ख्याल रख के एक दूजे दे वास्ते कुछ करके और अपने वास्ते भी कुछ करदियां जदों जिंदगी नूं इस तरह निभाया जाएगा तो एक धम्म संघ दा रूप है जिहड़ा वो सामने आएगा, जिहड़ा संगठित रूप विच सामने उदों आएगा जदों किते किसी मोड़ ते जरूरत पै गई
ਤਾਂ ਉਹਨਾਂ ਲੋਕਾਂ 'ਚ ਇਕੱਠੇ ਹੋਣ ਦੀ ਭਾਵਨਾ ਜ਼ਿਆਦਾ ਰਹੇਗੀ। ਕਿਉਂਕਿ ਇਕੱਲਾ ਆਦਮੀ ਜਦ ਖਾ ਰਿਹਾ ਹੈ ਤਾਂ ਉਹ ਸਿਰਫ ਆਪਣਾ ਖਿਆਲ ਰੱਖ ਰਿਹਾ। ਜਦ ਇੱਕ ਆਦਮੀ ਦੂਸਰੇ ਨੂੰ ਖਵਾ ਰਿਹਾ ਤਾਂ ਉਹ ਦੂਸਰੇ ਦਾ ਖਿਆਲ ਰੱਖ ਰਿਹਾ, ਆਪਣਾ ਖਿਆਲ ਨਹੀਂ ਰੱਖ ਰਿਹਾ। ਜਦ ਸਾਰੇ ਇੱਕ ਥਾਂ ਬੈਠੇ ਖਾ ਰਹੇ ਆ ਤਾਂ ਉਹਨਾਂ ਦੇ ਅੰਦਰ ਇਹ ਭਾਵਨਾ ਤਾਂ ਹੈ ਕਿ ਉਹ ਸਾਰੇ ਇੱਕੋ ਜਿਹੇ ਲੋਕ ਹੈ, ਪਰ ਉਹਨਾਂ ਦੀ ਭਾਵਨਾ ਦੇ ਵਿੱਚ ਇੱਕ ਚੀਜ਼ ਜਿਹੜੀ ਇੱਕ ਦੂਜੇ ਨੂੰ ਸਮਰਪਿਤ ਹੋਣਾ, ਸਾਰੇ ਸਮਾਜ ਦਾ ਇੱਕ ਦੂਜੇ ਨੂੰ ਸਮਰਪਿਤ ਹੋਣਾ, ਉਹ ਨਹੀਂ ਹੈ। ਉਹ ਥੋੜਾ ਘੱਟ ਹੈ। ਤਾਂ ਸਾਰੀਆਂ ਨਿਆਮਤਾਂ, ਖੁਸ਼ੀਆਂ ਚੌਥੀ ਕਿਸਮ ਦੇ ਭੋਜਨ ਨਾਲ ਖੜੀਆਂ ਰਹਿੰਦੀਆਂ ਹੈ। ਔਰ ਇੱਕ ਬਹੁਤ ਮਜ਼ਬੂਤ ਸੰਗ ਹੈ ਜਿਹੜਾ ਉਹ ਮਨ ਦੇ ਵਿੱਚ ਬਣਦਾ ਹੈ, ਔਰ ਫਿਰ ਉਹ ਸਮਾਜ ਦੇ ਵਿੱਚ ਵਿਚਰਦਾ ਉਸ ਤਰ੍ਹਾਂ। ਤਾਂ ਤਥਾਗਤ ਨੇ ਇੰਨੀ ਗੱਲ ਸਮਝਾਉਂਦਿਆਂ ਇਹ ਸਾਰੀਆਂ ਚੀਜ਼ਾਂ ਜਦੋਂ ਸਾਹਮਣੇ ਰੱਖੀਆਂ, ਸਾਰੇ ਸਮੂਹ ਜਿਹੜੇ ਭੋਜਨ ਕਰ ਰਹੇ ਸੀ, ਲੰਗਰ ਦੇ ਵਿੱਚ ਬੈਠੇ, ਉਹਨਾਂ ਨੂੰ ਸਮਝ ਲੱਗੀ। ਉਹ ਇਹ ਗੱਲ ਸਮਝ ਸਕੇ ਕਿ ਭੋਜਨ ਕਿਸ ਕਿਸਮ ਦਾ ਮਨੁੱਖ ਵਾਸਤੇ, ਸਮਾਜ ਵਾਸਤੇ ਔਰ ਉਹਨਾਂ ਦੇ ਸੰਗਠਿਤ ਹੋਣ ਵਾਸਤੇ, ਉਹਨਾਂ ਦੇ ਆਪਸੀ ਪ੍ਰੇਮ ਭਾਈਚਾਰੇ ਵਾਸਤੇ ਕਿਸ ਕਿਸਮ ਦਾ ਭੋਜਨ ਹੈ, ਉਹ ਜ਼ਿਆਦਾ ਮਹੱਤਵਪੂਰਨ ਹੈ ਔਰ ਜ਼ਿਆਦਾ ਅਸਰਦਾਰ ਹੈ। ਜਦੋਂ ਇਹ ਗੱਲ ਤਥਾਗਤ ਨੇ ਆਪਣੇ ਸਾਥੀਆਂ ਨੂੰ ਸਮਝਾਈ, ਉਹਨਾਂ ਦੇ ਸਮਝ ਪਈ, ਤਾਂ ਉਹਨਾਂ ਸਾਰਿਆਂ ਨੂੰ ਬਹੁਤ ਆਨੰਦ ਆਇਆ। ਔਰ ਫਿਰ ਹੌਲੀ ਹੌਲੀ ਉਹ ਸਾਰੇ ਇੱਕ ਦੂਜੇ ਨਾਲ ਬੈਠ ਕੇ ਸਮਾਨਤਾ ਭਾਵਨਾ ਨਾਲ, ਸੰਘ ਦੀ ਭਾਵਨਾ ਨਾਲ, ਸੰਗਠਨ ਦੀ ਭਾਵਨਾ ਨਾਲ, ਪ੍ਰੇਮ ਭਾਈਚਾਰੇ ਦੀ ਭਾਵਨਾ ਨਾਲ ਭੋਜਨ ਕਰਨ ਲੱਗੇ। ਤਾਂ ਉਹਨਾਂ ਦੇ ਅੰਦਰ ਜ਼ਿੰਦਗੀ ਨੂੰ ਚੱਲਦਾ ਰੱਖਣ ਵਾਸਤੇ ਜਿਹੜੀਆਂ ਵਸਤੂਆਂ ਚਾਹੀਦੀਆਂ ਉਹਨਾਂ ਨੂੰ ਪੈਦਾ ਕਰਨ ਵਾਸਤੇ ਵੀ ਉਹਨਾਂ ਦਾ ਉਹ ਸਾਂਝਾਪਣ ਜਿਹੜਾ ਉਹਨਾਂ ਦੇ ਕੰਮ ਆਉਣ ਲੱਗਿਆ। ਤਾਂ ਇਹ ਇੱਕ ਖਾਸ ਕਿਸਮ ਦੀ ਉਦਾਹਰਨ ਤਥਾਗਤ ਦੇ ਜੀਵਨ ਦੀ ਹੈ, ਜਿਹਨੂੰ ਸਾਨੂੰ ਵੀ ਸਮਝਣਾ ਚਾਹੀਦਾ। ਬ੍ਰਾਹਮਣ ਨੇ ਸਾਨੂੰ ਕੱਲਿਆਂ ਨੂੰ ਅਲੱਗ ਕਰਤਾ। ਉਹਨੇ ਥਾਲੀਆਂ ਅਲੱਗ ਅਲੱਗ ਕਰਤੀਆਂ, ਪਾਣੀ ਅਲੱਗ ਵੰਡਤਾ, ਹਵਾ ਵੀ ਵੰਡਤੀ, ਧਰਤੀ ਵੀ ਵੰਡਤੀ। ਤਾਂ ਉਹਦਾ ਜਵਾਬ ਜਿਹੜਾ ਉਹ ਤਥਾਗਤ ਨੇ ਇਸ ਤਰੀਕੇ ਨਾਲ ਦਿੱਤਾ ਕਿ ਵੰਡਿਆ ਹੋਇਆ ਸਾਰਾ ਕੁਛ ਸਭ ਦਾ ਸਾਂਝਾ ਹੋਵੇ ਔਰ ਸਾਰੇ ਉਹਦੇ ਚ ਭਾਈਵਾਲ ਹੋਣ। ਇਹਦੇ ਚ ਖਾਸ ਗੱਲ ਕੀ ਹੈ ਕਿ ਸਾਰੇ ਉਹਦੇ ਭਾਈਵਾਲ ਹੋਣ। ਤਾਂ ਇਹ ਜਿਹੜਾ ਭੋਜਨ ਦੀ ਇੱਕ ਉਦਾਹਰਨ ਹੈ, ਅਗਰ ਇਹ ਜੀਵਨ ਤੇ ਲਾਗੂ ਹੁੰਦੀ ਹੈ, ਅਗਰ ਜੀਵਨ ਨੂੰ ਕਮਾਉਣ ਤੇ ਲਾਗੂ ਹੁੰਦੀ ਹੈ, ਵਸਤੂ ਬਣਾਉਣ ਤੇ ਲਾਗੂ ਹੁੰਦੀ ਹੈ, ਤਿਆਰ ਕਰਨ ਤੇ ਲਾਗੂ ਹੁੰਦੀ ਹੈ, ਤਾਂ ਵਸਤੂ ਦਾ ਇਸਤੇਮਾਲ ਕਰਨ ਤੇ ਵੀ ਲਾਗੂ ਹੁੰਦੀ ਹੈ। ਤਾਂ ਇਹ ਗੱਲ ਸਾਡੇ ਵਾਸਤੇ, ਜਿਹੜੇ ਲੋਕਾਂ ਨੂੰ ਤੋੜਿਆ ਗਿਆ ਹੈ, ਜਿਹੜੇ ਲੋਕਾਂ ਨੂੰ ਅੱਡ ਅੱਡ ਕੀਤਾ ਗਿਆ ਹੈ, ਜਿਨ੍ਹਾਂ ਨੂੰ ਊਚ ਨੀਚ ਦੇ ਆਧਾਰ ਤੇ, ਛੂਤ ਛਾਤ ਦੇ ਆਧਾਰ ਤੇ
अलग अलग बिठाया गया तो वो आदमी इस एक उदाहरण तो जीवन बदल सकते आ। गुरुद्वारे च असी लंगर खाते हैं, अक्सर असी कोशिश करते हैं कि जो लंगर तैयार होवे किते ना किते कोई साल 6 महीने च मौका मिले लंगर च बैठ के खाइए। तो तुसी देखो कि लंगर च बैठिया भी तुसी अपने भांडे च खा रहे हैं, कौली भी थोड़ी अपनी, पानी भी थोड़ा अपना, रोटी भी थोड़ी अपनी, खाना भी तुसी, जानी मनुख जिहड़ा टुटिया होया। लंगर का अर्थ ये नहीं सी, लंगर का अर्थ सी कि हर आदमी जिहड़ा लंगर च शामिल है वो एक दूजे वास्ते समर्पित है। ਉਹਦੇ 'ਚ कोई ऊंच नीच नहीं है, कोई छुआछात नहीं है, कोई वितकरा नहीं है। सारे एक दूजे नाल बैठ के एक दूजे का ख्याल रख के खा रहे है। ਉਹੀ चीज़ ਜਿਹਦੇ ਨਾਲ ਕੱਲਾ ਮਨੁੱਖ पेट भर सकता है, ਉਸੇ चीज़ नाल वो एक दूजे का ख्याल रख के भी पेट भर सकते है। तो ये लंगर दे विच अगर ये भावना नहीं हुंदी, यही कारण है कि लंगर छकण तो बाद साडी ऊच नीच, साडी जात पात, साडी छुआछात कदे खत्म नहीं हुई। एक समा आया जदों ये टुट गई, जदों कि बनाउण ते बहुत टाइम लग्या, बनाउण ते कई सदियां लग गईयां, पर टुटण वेले ये टुट गई। और अज तुसी देखो किसी भी गुरु घर च जाओ, लंगर जरूर छकोगे, छकाउण वाले बड़े प्यार नाल छकाउणगे, पर तुसी जदों छक के उठोगे जब तुसी अपने भांडे या कोई सेवादार लेगा या कोई तुसी उठा के रख दोगे, तो जिहड़ा भोजन तुसी करके आए हो वो कल्ले करके आए हो। जे एक गुरु घर दे विच 10,000 आदमी रोज भोजन करता है तो कल्ला ही करता। ਉਹਦੇ अंदर की भावना जिहड़ी है वो पैदा क्यों नहीं हुई? क्योंकि ब्राह्मण ने जात पात ऊच नीच छुआछात जिहड़ी पैदा की है, असी उहदा भोजन भी बराबर छक लिया और उहदे नाल पेट भर लिया और उहनूं परमानेंटली अपने अंदर रख लिया। तो सानू इस उदाहरण तो ये सीख लेना चाहिए है कि असी कमाउंदे हाँ तो एक दूजे की खातर, समाज की खातर, फिर खाना भी है तो सारे ने एक दूजे दे नाल बैठ के एक दूजे का ख्याल रख के खाना है कि कोई भी वितकरा, कोई भी भैन भेद, कोई भी वखरेवा तुहाडे विचकार नज़र ना आवे। तद तुसी एक संघ का रूप धारण कर सकते हो, तद तुसी एक ताकतवर समाज पैदा कर सकते हो। और वो ताकत जिहड़ी तुहाडी प्रेम ते भाईचारे दे विचों निकलेगी। एक दूजे नाल बैठोगे, खाओगे, एक दूजे दे नाल बहुत वड्डी सांझ पैदा करोगे। चाहे खाना तुसी आप है पर दूसरे का ख्याल भी रखोगे, अपना ख्याल भी रखोगे, तो तुसी एक शानदार समाज की सिरजना करोगे। इन्हां शब्दां नाल ही मैं समाप्त करदा। जय भीम, जय भारत, नमो बुद्धा।